अल्ले नूर पाया कुदरत के सब बंदे एक नूर ते सब जग उपजिया कौन पले को मंदे कौन भले को मंदे कौन भले को मंदे खेत जुमाते सूरमा खेत जुमाते सूरमा अब जूझने को जा अब जूझने को जा खेत जमा दो सूरमा खेत जमा दो सूरमा गगन दमामा बाजियो गगन दमामा बाजियो परियो निशाने था बाजियो परियो निशाने था परियो निशाने था खेत जो मांडियो सूरमा मांडियो सूरमा अब जूझने को दा अब जूझने को दा खेत जुमा दियो पिछले 12 वरियां विच पंजाब विच बड़ा लहू डुलिया है। हजारां औरतां दे सुहाग उजड़े ते हजारां मावां दे नौजवान पुत्तर इस लहू दी नदी विच गर्क हो गए हन। जो तहरीक कुछ सियासी आर्थिक अते धार्मिक मंगां नूं लै के शुरू होई सी उस नूं देश दी चंदरी राजनीति ने एक भयानक ते दुखदाई मोड़ दे दिता है। दरबार साहब उपर होए ब्लू स्टार ऑपरेशन तो पहला ते उस पिछों वापरियां घटनावां ने पंजाब ते पंजाब तो बाहर वसदे सिखां दी मानसिकता नूं बुरी तरह नाल लहू लुहान कीता है। पंजाब दा पोटा पोटा लहू दियां छिट्टां नाल रंगिया पिया है। लोकां दे चेहरिਆਂ ते मायूसी है, दिल विच कसक ते अथाह पीड़ा दा होका है। इस बेबसी पिछे एक बड़ा वड्डा प्रश्न चिन्ह है। ओ सुभागी घड़ी कदों आवेगी जदों लहू सिमदे पंजाब विच मुड़ अमन कायम होएगा। सिख इस देश दा अनिखड़वां अंग हन। उन्होंने इस देश की आज़ादी लई बाकी हर जात ते प्रांत दे लोकां तो किते वध कुर्बानी कीती है। अगर ऐसी अपने देश की हिस्ट्री दे उत्ते नज़र पाइए तो सन पता लगेगा कि साडी जिहड़ी आज़ादी की जंग सी उस दे विच किसी ने सब तो ज़्यादा नुमाया हिस्सा लीता तो साडे सिख भरावां ने लीता। गदर पार्टी सरदार अजीत सिंह, गुरदीप सिंह जी कामागाटा मारू वाले, फिर भगत सिंह, ऊधम सिंह, उन्होंने अपनी शहादतां दित्तियां। 1947 विच जदों मजहब दे नां ते
ਪਾਕਿਸਤਾਨ ਦੀ ਸਿਰਜਣਾ ਕੀਤੀ ਜਾ ਰਹੀ ਸੀ ਤਾਂ ਸਿੱਖਾਂ ਦੇ ਨੇਤਾ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਲਈ ਕੋਈ ਵੱਖਰਾ ਰਾਸ਼ਟਰ ਮੰਗਣ ਦੀ ਬਜਾਏ ਆਪਣੀ ਕਿਸਮਤ ਨੂੰ ਭਾਰਤ ਨਾਲ ਜੋੜ ਲਿਆ ਸੀ। ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਸੰਗਤਾਂ ਨੂੰ ਸੰਬੋਧਿਤ ਕਰਦਿਆਂ ਮਹਾਤਮਾ ਗਾਂਧੀ ਨੇ ਕਿਹਾ ਸੀ, ਆਜ਼ਾਦ ਭਾਰਤ ਵਿੱਚ ਐਸੀ ਕੋਈ ਗੱਲ ਨਹੀਂ ਕੀਤੀ ਜਾਏਗੀ ਜੋ ਸਿੱਖਾਂ ਨੂੰ ਪ੍ਰਵਾਨ ਨਾ ਹੋਵੇ। ਜਦੋਂ ਇੱਕ ਪੱਤਰਕਾਰ ਬੇਦੀ ਮਧੂਸੂਦਨ ਨੇ ਪੁੱਛਿਆ ਸੀ ਕਿ ਜੇ ਕਾਂਗਰਸ ਸਿੱਖਾਂ ਨਾਲ ਕੀਤੇ ਵਾਅਦੇ ਤੋਂ ਮੁੱਕਰ ਗਈ ਤਾਂ ਫਿਰ ਸਿੱਖ ਕੀ ਕਰਨਗੇ? ਉਹ ਕਹਿੰਦੇ ਜੇ ਮੁੱਕਰ ਜਾਣ ਫਿਰ ਤੁਹਾਨੂੰ ਤਲਵਾਰ ਚੁੱਕਣ ਦਾ ਹੱਕ ਹੋਏਗਾ। ਦੇਸ਼ ਦੀ ਵੰਡ ਤੋਂ ਪਹਿਲਾਂ ਕਾਂਗਰਸ ਦੇ ਇੱਕ ਇਜਲਾਸ ਵਿੱਚ ਬੋਲਦਿਆਂ ਪੰਡਿਤ ਨਹਿਰੂ ਨੇ ਕਿਹਾ ਸੀ, ਉੱਤਰੀ ਭਾਰਤ ਵਿੱਚ ਸਿੱਖਾਂ ਲਈ ਇੱਕ ਅਜਿਹੀ ਥਾਂ ਰਾਖਵੀਂ ਹੋਵੇਗੀ ਜਿੱਥੇ ਉਹਨਾਂ ਦਾ ਧਰਮ ਤੇ ਸੰਸਕ੍ਰਿਤੀ ਪ੍ਰਫੁੱਲਿਤ ਹੋ ਸਕਣਗੇ ਤੇ ਜਿੱਥੇ ਉਹ ਆਜ਼ਾਦੀ ਦੀ ਲੋਅ ਮਾਣ ਸਕਣਗੇ। 1947 ਵਿੱਚ ਦੇਸ਼ ਆਜ਼ਾਦ ਹੋਇਆ। ਪੱਛਮੀ ਪੰਜਾਬ ਦੀ ਬਹੁਤ ਸਾਰੀ ਸਿੱਖ ਤੇ ਹਿੰਦੂ ਵਸੋਂ ਉੱਜੜ ਕੇ ਪੂਰਬੀ ਪੰਜਾਬ ਤੇ ਆਜ਼ਾਦ ਭਾਰਤ ਦੇ ਹੋਰ ਹਿੱਸਿਆਂ ਵਿੱਚ ਆ ਗਈ, ਜਿੱਥੇ ਇਸ ਘੱਲੂਘਾਰੇ ਵਿੱਚ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ, ਅਰਬਾਂ ਤੇ ਖਰਬਾਂ ਰੁਪਏ ਦੀ ਜ਼ਮੀਨ ਤੇ ਜਾਇਦਾਦ ਪਾਕਿਸਤਾਨ ਰਹਿ ਗਈ। ਉੱਥੇ ਸਿੱਖਾਂ ਨੂੰ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਹੋਰ ਸੈਂਕੜੇ ਗੁਰਧਾਮਾਂ ਤੋਂ ਵੀ ਮਹਿਰੂਮ ਹੋਣਾ ਪੈ ਗਿਆ, ਜਿਹੜੇ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਰਹਿ ਗਏ ਸਨ। ਸਿੱਖਾਂ ਤੇ ਹਿੰਦੂਆਂ ਨੇ ਇਸ ਨੁਕਸਾਨ ਨੂੰ ਬੜੇ ਵੱਡੇ ਜਿਗਰੇ ਨਾਲ ਚੱਲਿਆ ਤੇ ਆਜ਼ਾਦ ਭਾਰਤ ਵਿੱਚ ਆਉਂਦਿਆਂ ਹੀ ਦੇਸ਼ ਦੇ ਨਿਰਮਾਣ ਵਿੱਚ ਲੱਗ ਪਏ। ਉਹਨਾਂ ਕੁਝ ਹੀ ਸਾਲਾਂ ਵਿੱਚ न सिर्फ अपने आप ਨੂੰ आर्थिक तौर ਤੇ ਮਜ਼ਬੂਤ ਕਰ ਲਿਆ, ਸਗੋਂ ਪੰਜਾਬ ਨੂੰ ਸਮੁੱਚੇ ਦੇਸ਼ ਦਾ ਅੰਨ ਭੰਡਾਰ ਬਣਾ ਦਿੱਤਾ। ਪੰਜਾਬੀ ਅਖਾਣ ਹੈ, ਕੋਠਾ ਉਸਰਿਆ ਤਰਖਾਣ ਵਿਸਰਿਆ। ਦੇਸ਼ ਆਜ਼ਾਦ ਹੋਇਆ, ਸਮਾਂ ਬੀਤਣ ਨਾਲ ਦੇਸ਼ ਦੀ ਵੰਡ ਸਮੇਂ ਲੱਗੇ ਜ਼ਖਮ ਮਿਲਣੇ ਸ਼ੁਰੂ ਹੋ ਗਏ। ਦੇਸ਼ ਦੇ ਨੇਤਾਵਾਂ ਨੇ ਸਿੱਖਾਂ ਨਾਲ ਕੀਤੇ ਇਕਰਾਰਾਂ ਨੂੰ ਛਿੱਕੇ ਟੰਗ ਦਿੱਤਾ। ਪੰਜਾਬ ਦੀ ਪ੍ਰਮੁੱਖ ਸਿਆਸੀ ਪਾਰਟੀ ਅਕਾਲੀ ਦਲ ਵੱਲੋਂ ਉਠਾਈ ਗਈ ਹਰ ਮੰਗ ਨੂੰ ਫਿਰਕੂ ਰੰਗ ਦੇ ਕੇ ਸਿੱਖ ਮੰਗ ਕਹਿ ਕੇ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਪ੍ਰਾਂਤ ਦੀ ਹਿੰਦੂ ਜਨਤਾ ਨੇ ਵੀ ਪੰਜਾਬ ਦੀਆਂ ਸਾਂਝੀਆਂ ਸਮੱਸਿਆਵਾਂ ਵਿੱਚ ਪੰਜਾਬ ਦੇ ਅਕਾਲੀਆਂ ਦਾ ਸਾਥ ਦੇਣ ਦੀ ਬਜਾਏ ਕੇਂਦਰ ਦੀ ਕਾਂਗਰਸ ਸਰਕਾਰ ਵੱਲ ਤੱਕਣਾ ਸ਼ੁਰੂ ਕਰ ਦਿੱਤਾ। ਪੰਜਾਬ ਦੇ ਹਿੰਦੂਆਂ ਤੇ ਸਿੱਖਾਂ ਵਿੱਚ ਸਦੀਆਂ ਪੁਰਾਣੀ ਜੋ ਭਾਸ਼ਾਈ, ਸਾਹਿਤਕ ਤੇ ਸੱਭਿਆਚਾਰਕ ਸਾਂਝ ਤੁਰੀ ਆ ਰਹੀ ਸੀ, ਉਸ ਵਿੱਚ ਪਹਿਲੀ ਤਰੇੜ ਉਦੋਂ ਆਈ ਜਦੋਂ 1951 ਵਿੱਚ ਹੋਈ ਮਰਦਮਸ਼ੁਮਾਰੀ ਦੇ ਸਮੇਂ ਪੰਜਾਬ ਦੇ ਹਿੰਦੂਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਦੀ ਬਜਾਏ ਹਿੰਦੀ ਨੂੰ ਆਪਣੀ ਮਾਂ ਬੋਲੀ ਲਿਖਾਇਆ। ਔਰ ਸਭ ਤੋਂ ਵੱਡਾ ਇਸ ਗੱਲ ਦਾ ਦੁੱਖ ਹੋਇਆ ਕਿ ਪੰਜਾਬ ਵਿੱਚ ਰਹਿਣ ਵਾਲੇ ਕੁਝ ਸਾਡੇ ਭਰਾ ਜਿਹੜੇ ਪੰਜਾਬੀ ਬੋਲੀ ਬੋਲਦੇ ਸੀ, ਉਹਨਾਂ ਨੇ ਕਿਹਾ ਨਹੀਂ ਸਾਡੀ ਪੰਜਾਬੀ ਬੋਲੀ ਨਹੀਂ ਹੈ। ਜੇ ਅੱਜ ਮੈਂ ਕਹਾਂ ਕਿ ਅਸਲੀ ਸੈਪਰੇਟਿਸਟ ਉਹ ਲੋਕ ਹਨ ਜਿਨ੍ਹਾਂ ਨੇ ਪੰਜਾਬੀ ਨੂੰ ਆਪਣੀ ਬੋਲੀ ਨਹੀਂ ਮੰਨਿਆ ਪੰਜਾਬ ਦੇ ਵਿੱਚ, ਉਹ ਮੈਂ ਕੋਈ ਗਲਤ ਗੱਲ ਨਹੀਂ ਕਹਿ ਰਿਹਾ। ਦੇ ਵਰ ਦਾ ਰੀਅਲ ਸੈਪਰੇਟਿਸਟ, ਦਿਸ ਇਜ਼ ਵੇਅਰ ਦਾ ਰੀਅਲ ਕ੍ਰਾਈਸਿਸ ਸਟਾਰਟਡ। ਜਿਸ ਦੇ ਸਿੱਟੇ ਵਜੋਂ ਆਉਣ ਵਾਲੇ ਸਮੇਂ ਵਿੱਚ ਅਨੇਕ ਦੁਖਦਾਈ ਘਟਨਾਵਾਂ ਦਾ ਕ੍ਰਮ ਸ਼ੁਰੂ ਹੋਇਆ। ਇਸ ਦਾ ਸਿਖਰ ਜੂਨ 1984 ਵਿੱਚ ਹੋਇਆ। ਦਰਬਾਰ ਸਾਹਿਬ ਉੱਪਰ ਹਮਲਾ, ਇੰਦਰਾ ਗਾਂਧੀ ਦਾ ਕਤਲ ਤੇ ਨਵੰਬਰ 1984 ਵਿੱਚ ਸਾਰੇ ਦੇਸ਼ 'ਚ ਹੋਏ ਸਿੱਖ ਵਿਰੋਧੀ ਦੰਗੇ ਸਨ। ਬੇਸ਼ੱਕ ਦਰਬਾਰ ਸਾਹਿਬ ਉੱਪਰ ਫੌਜੀ ਕਾਰਵਾਈ ਦਾ ਕੰਮ 3 ਜੂਨ ਨੂੰ ਹੀ ਸ਼ੁਰੂ ਹੋ ਗਿਆ ਸੀ, ਪਰ ਅਸਲ ਹਮਲਾ 5 ਜੂਨ 1984 ਨੂੰ ਹੋਇਆ। ਪੰਜਾਬ ਵਿੱਚ ਪਿਛਲੇ 225 ਵਰ੍ਹਿਆਂ ਵਿੱਚ ਇਹੋ ਜਿਹੀ ਦੁਖਦਾਈ ਤੇ ਸ਼ਰਮਨਾਕ ਘਟਨਾ ਪਹਿਲਾਂ ਕਦੇ ਨਹੀਂ ਸੀ ਵਾਪਰੀ। हम आपको स्वर्ण मंदिर के उन स्थानों पर ले चलें जहां वास्तव में ये घटनाएं घटी और जिनका ब्यौरा आपको दिया जा रहा है। To put the record straight, I may tell you that on the day